ਜਿਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵੀ ਤੁਸੀਂ ਸੁਣ ਲਿਆ ਹੋਣਾ, ਉਹਨਾਂ ਨੇ ਕਿਸਾਨੀ ਨੂੰ ਲੈ ਕੇ ਜਾਂ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਹੈਗਾ ਉਸ ਨੂੰ ਲੈ ਕੇ ਵੀ ਆਪਣੇ ਉਹਨਾਂ ਨੇ ਬਿਆਨ ਦਿੱਤਾ। ਤੇ ਮੈਂ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਇਹ ਪੂਰਾ ਇੱਕ ਅੰਦੋਲਨ ਸ਼ੁਰੂ ਹੋਇਆ, ਕੇਂਦਰ ਸਰਕਾਰ ਕਾਨੂੰਨ ਲੈ ਕੇ ਆਈ, ਉਸ ਤੋਂ ਬਾਅਦ ਜਿਹੜੇ ਕਿਸਾਨ ਹੈਗੇ ਨੇ ਉਹ ਸੜਕਾਂ ਤੇ ਉਤਰੇ, ਮੈਡਮ ਹਰਸਿਮਰਤ ਕੌਰ ਬਾਦਲ ਹੋਣਾ ਨੇ ਆਪਣੀ ਸੀਟ ਤੱਕ ਛੱਡ ਦਿੱਤੀ, ਤੇ ਉਸ ਦੇ ਬਾਵਜੂਦ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਨੇ ਕਿ ਇਸ ਤੇ ਸ਼੍ਰੋਮਣੀ ਅਕਾਲੀ ਦਲ ਸਿਰਫ ਸਿਆਸਤ ਕਰ ਰਿਹਾ। ਕੈਪਟਨ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਕਿ ਹਿੰਦੁਸਤਾਨ ਵਿੱਚ ਜੇ ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਜਾਂਦਾ ਹੈ। ਕਾਂਗਰਸ ਨੂੰ ਕਿਤੇ ਕਾਂਗਰਸ ਕਿਸਾਨਾਂ ਦੀ ਜਥੇਬੰਦੀ ਨਹੀਂ ਗੱਲ ਕਿਹਾ ਜਾਂਦੀ, ਤੇ ਸੰਘਰਸ਼ ਵੀ ਜੋ ਆਜ਼ਾਦੀ ਦੇ ਬਾਅਦ ਕੀਤਾ ਹੈ ਕਿਸਾਨੀ ਬਾਰੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ। ਸਾਡਾ ਸਟੈਂਡ ਬੜਾ ਕਲੀਅਰ ਪਹਿਲੇ ਵੀ ਸੀ ਤੇ ਹੁਣ ਵੀ ਹੈ। ਤੁਸੀਂ ਜਦੋਂ ਮੇਰੀ ਪਹਿਲੀ ਵੀ ਇੰਟਰਵਿਊ ਜੋ ਆਪਣਾ ਆਰਡੀਨੈਂਸ ਆਏ ਸੀ, ਮੈਂ ਉਦੋਂ ਵੀ ਇੱਕ ਗੱਲ ਕਹੀ ਸੀ ਕਿ ਕਿਸਾਨੀ ਵਾਸਤੇ ਅਸੀਂ ਕੁਝ ਵੀ ਸੈਕਰੀਫਾਈਸ ਕਰ ਸਕਦੇ ਹਾਂ। ਸੋ ਜਦੋਂ ਅਸੀਂ ਦੇਖਿਆ ਕਿ ਇਹਨਾਂ ਨੇ ਹੁਣ ਸੈਂਟਰ ਸਰਕਾਰ ਨੇ ਕਿ ਹੁਣ ਪਿੱਛੇ ਨਹੀਂ ਹਟਣਾ, ਇਹਨਾਂ ਨੇ ਹੁਣ ਐਕਟ ਲਿਆ ਹੀ ਆਏ, ਤੇ ਫਿਰ ਅਸੀਂ ਉਹ ਐਕਸਟ੍ਰੀਮ ਸਟੈਪ ਲਿੱਤਾ। ਅਸੀਂ ਮਿਨਿਸਟਰੀ ਤੋਂ ਵੀ ਅਸਤੀਫਾ ਦਿੱਤਾ ਤੇ ਪਾਰਟੀ ਦੀ ਅਲਾਈਅੰਸ ਵੀ ਤੋੜ ਦਿੱਤੀ। ਸੋ ਜਿਹੜਾ ਕਹਿਣਾ ਹੈ, ਜਿਹੜਾ ਮੈਂ ਕਹਿੰਦੇ ਆ ਕਈ ਲੋਕ ਕਹਿੰਦੇ ਆ ਕਿ ਅਸੀਂ ਪਹਿਲੇ ਕੁਝ ਕਹਿੰਦੇ ਸੀ ਤੇ ਬਾਅਦ 'ਚ ਕੁਝ ਕਹਿੰਦੇ ਸੀ, ਮੈਂ ਬੜਾ ਕਲੀਅਰ ਪਾਰਲੀਮੈਂਟ 'ਚ ਵੀ ਤੁਸੀਂ ਮੇਰਾ ਜੇ ਸੁਣਿਆ ਹੋਣਾ ਭਾਸ਼ਣ, ਮੈਂ ਬੜਾ ਕਲੀਅਰ ਕਿਹਾ ਸੀ ਜਿੱਥੇ ਪ੍ਰਾਈਮ ਮਿਨਿਸਟਰ, ਸਾਰੀ ਬੀਜੇਪੀ ਲੀਡਰਸ਼ਿਪ ਤੇ ਸਾਰੀ ਪਾਰਟੀਆਂ ਦੇ ਲੀਡਰ ਉੱਥੇ ਬੈਠੇ ਸੀ ਕਿ ਜਦੋਂ ਪਹਿਲੀ ਗੱਲ ਤਾਂ ਕਿ ਜਦੋਂ ਐਕਟ ਬਣਾਏ ਗਏ ਕੋਈ ਸਾਲ ਡੇਢ ਸਾਲ ਪਹਿਲੇ, ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਨੂੰ, ਕਿਸੇ ਐਮਪੀ ਨੂੰ, ਕਿਸੇ ਮਿਨਿਸਟਰ ਨੂੰ ਉਹਦੇ ਸ਼ਾਮਲ ਨਹੀਂ ਕੀਤਾ ਗਿਆ ਜਾਂ ਕੰਸਲਟ ਨਹੀਂ ਕੀਤਾ ਗਿਆ। ਉਦੋਂ ਜਦੋਂ ਕੰਸਲਟ ਕੀਤੇ ਗਏ ਤੇ 7 ਚੀਫ ਮਿਨਿਸਟਰਾਂ ਦੀ ਕਮੇਟੀ ਬਣੀ, ਪਹਿਲੇ ਜਿਹਦੇ ਚ ਕੈਪਟਨ ਸਾਹਿਬ ਦਾ ਪਹਿਲੇ ਨਾਂ ਨਹੀਂ ਸੀ, ਫਿਰ ਕੈਪਟਨ ਸਾਹਿਬ ਨੇ ਪ੍ਰੋਟੈਸਟ ਕੀਤਾ ਕਿ ਮੇਰਾ ਨਾਂ ਕਿਉਂ ਨਹੀਂ ਪਾਉਂਦੇ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਕਮਲਨਾਥ ਜੀ ਜੋ ਮੱਧ ਪ੍ਰਦੇਸ਼ ਦੇ ਉਦੋਂ ਕਾਂਗਰਸ ਚੀਫ ਮਿਨਿਸਟਰ, ਉਹਨਾਂ ਦਾ ਨਾਂ ਪਾਇਆ। ਐਕਟ ਉਹਨਾਂ ਦੀ ਰਿਕਮੈਂਡੇਸ਼ਨ ਨਾਲ ਹੀ ਬਣਾਏ ਗਏ ਹੈ। ਜਦੋਂ ਕੈਬਨਿਟ 'ਚ ਲਿਆਂਦਾ ਗਿਆ, ਹਰਸਿਮਰਤ ਨੇ ਉਦੋਂ ਹੀ ਪ੍ਰਾਈਮ ਮਿਨਿਸਟਰ ਨੂੰ ਤੇ ਮਿਨਿਸਟਰਾਂ ਨੂੰ ਕਲੀਅਰ ਕਰ ਦਿੱਤਾ ਕਿ ਇਹਦੀ ਕਈ ਰਿਪਰਕਸ਼ਨਸ ਹੋਣੀਆਂ, ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਦੂਜੇ ਕਿਸਾਨਾਂ ਦੀ ਥੋੜੀ ਉਹਨਾਂ ਨੂੰ ਡਿਸਕਸ਼ਨ ਤੇ ਉਹਨਾਂ ਦੀ ਲੈ ਕੇ ਆਓ। ਪਰ ਤੁਸੀਂ ਜਾਣਦੇ ਹੋ ਕਿ ਉਦੋਂ ਸਾਨੂੰ ਇਹਨਾਂ ਨੇ ਅਸ਼ੋਰ ਕੀਤਾ, ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ, ਜਦੋਂ ਕਿਹਾ ਸੀ ਸਾਰੇ ਬੈਠੇ ਸੀ, ਮਿਨਿਸਟਰ ਵੀ ਬੈਠੇ ਸੀ, ਤੇ ਉਹਨਾਂ ਨੇ ਜਿਹੜਾ ਉਹਨਾਂ ਦੇ ਐਗਰੀਕਲਚਰ ਮਿਨਿਸਟਰ ਹੈ ਉਹਨੇ ਆਪਣੇ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਸਿਮਰਤ ਨੇ ਇਸ਼ੂ ਰੇਜ਼ ਕੀਤਾ ਸੀ ਪਾਰਲੀਮੈਂਟ ਵਿੱਚ। ਪਰ ਉਹਨਾਂ ਨੂੰ ਸਾਨੂੰ ਅਸ਼ੋਰ ਕੀਤਾ ਕਿ ਹਲੇ ਤੱਕ ਤਾਂ ਇਕੱਲਾ ਆਰਡੀਨੈਂਸ ਹੈ, ਐਕਟ ਉਦੋਂ ਬਣਦੇ ਹੈ ਜਦੋਂ ਸਾਰੀ ਜਿਹੜੀਆਂ ਹੈਗੀਆਂ ਐਕਟ ਪਾਰਲੀਮੈਂਟ 'ਚ ਲਿਆ ਕੇ ਜਿੰਨਾ ਤੱਕ ਪਾਸ ਨਹੀਂ ਹੁੰਦਾ ਉਦੋਂ ਤੱਕ ਇਕੱਲਾ ਆਰਡੀਨੈਂਸ ਹੋਊਗਾ। ਤੇ ਸਾਨੂੰ ਕਿਹਾ ਤੁਸੀਂ ਕਿਸਾਨਾਂ ਨਾਲ ਗੱਲ ਕਰ ਲਓ, ਜੋ ਤੁਸੀਂ ਚਾਹੁੰਦੇ ਹੋ, ਜੋ ਕਿਸਾਨ ਚਾਹੁੰਦੇ ਅਸੀਂ ਇਨਕੋਰਪੋਰੇਟ ਕਰ ਲਾਂਗੇ। ਆਹੀ ਕਾਰਨ ਹੈ ਕਿ ਤੁਸੀਂ ਦੇਖਿਆ ਹੋਣਾ ਅਸੀਂ ਲਗਾਤਾਰ ਪੰਜਾਬ ਦੇ ਕਿਸਾਨਾਂ ਨਾਲ ਗੱਲ ਕੀਤੀ। ਉਹਨਾਂ ਮੈਂ ਕੱਲਾ ਲੀਡਰ ਹੈ, ਮੈਂ ਪੰਜਾਬ ਦਾ ਕੈਪਟਨ ਸਾਹਿਬ ਨਹੀਂ ਮਿਲੇ ਹੋਣੇ, ਮੈਂ ਸਾਰੀਆਂ ਜਥੇਬੰਦੀ ਨੂੰ ਇੰਡੀਵਿਜੂਅਲੀ ਮਿਲ ਕੇ ਉਹਨਾਂ ਦੇ ਵਿਚਾਰ ਲਿੱਤੇ, ਉਹਨਾਂ ਦੇ ਵਿਚਾਰ ਅਸੀਂ ਸੈਂਟਰ ਪਹੁੰਚਾਏ, ਸੈਂਟਰ ਦੀ ਜੋ ਅਸ਼ੋਰੈਂਸ ਮਿਲਦੀਆਂ ਸੀ ਅਸੀਂ ਉਹਨਾਂ ਨੂੰ ਜਾਂਦੇ ਸੀ। ਲਗਾਤਾਰ ਪ੍ਰੋਸੈਸ 2 ਮਹੀਨੇ 2.5 ਮਹੀਨੇ ਚੱਲਦਾ ਰਿਹਾ। ਅਸੀਂ ਉਹਨਾਂ ਨੂੰ ਕਲੀਅਰ ਕੀਤਾ ਸੀ ਕਿ ਜੇ ਐਸੇ ਫਾਰਮ 'ਚ ਲਿਆਉਂਗੇ ਫਿਰ ਅਸੀਂ ਐਕਸੈਪਟ ਨਹੀਂ ਕਰਾਂਗੇ, ਪਰ ਜਦੋਂ ਅਖੀਰ ਵਿੱਚ ਐਸੀ ਉਸੇ ਫਾਰਮ 'ਚ ਲੈ ਕੇ ਆਏ, ਸੋ ਵੀ ਟੁੱਕ ਦ ਸਟੈਂਡ। ਠੀਕ ਹੈ ਬਾਦਲ ਸਾਹਿਬ, ਨੋ ਡਾਊਟ ਹਰਸਿਮਰਤ ਕੌਰ ਬਾਦਲ ਜਿਹੜੇ ਮੈਮ ਹੈਗੇ ਨੇ ਉਹਨਾਂ ਨੇ ਵੀ ਆਪਣੀ ਸੀਟ ਛੱਡ ਦਿੱਤੀ, ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਵੀ ਟੁੱਟ ਗਿਆ। ਔਰ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਇਹ ਜਿਹੜੇ ਕਾਨੂੰਨ ਹੈਗੇ ਨੇ ਜਿਹੜੇ ਇੱਕ ਸੈਂਟਰ ਗਵਰਨਮੈਂਟ ਵੱਲੋਂ ਲਿਆਂਦੇ ਗਏ ਨੇ, ਇਹ ਕਿਸਾਨਾਂ ਨੂੰ ਬਰਬਾਦੀ ਵੱਲ ਲੈ ਕੇ ਜਾਣਗੇ? ਕਿਸਾਨ ਬਰਬਾਦ ਹੋ ਜਾਵੇਗਾ ਇਸ ਦੇ ਨਾਲ, ਜਾਂ ਇਸ ਤਰ੍ਹਾਂ ਕਿਉਂ ਲੱਗਦਾ ਹੈ? ਪਹਿਲੀ ਗੱਲ ਹੈ ਜਿਹੜੇ ਪੰਜਾਬ ਦੇ ਕਿਸਾਨ ਹੈ ਦੇਸ਼ ਨੂੰ ਅੰਨ ਪੈਦਾ ਕਰਕੇ ਦਿੰਦੇ ਹੈ, ਤੇ ਅੱਜ ਜੇ ਦੇਸ਼ ਸਰਪਲਸ ਹੈ ਫੂਡ ਗ੍ਰੇਨਸ ਤੇ ਪੰਜਾਬ ਕਰਕੇ ਹੈ। ਪੰਜਾਬ ਦੇ ਕਿਸਾਨ ਦੇ ਮਨ ਸ਼ੰਕਾ ਕੀ ਹੈ ਕਿ ਜਦੋਂ ਕਾਨੂੰਨ ਆ ਗਏ ਕਾਰਪੋਰੇਟ ਘਰਾਣੇ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਦੇ ਰਾਹੀਂ ਉਹਨਾਂ ਨੂੰ ਅਲਾਉ ਕਰਨਗੇ, ਉਹਨਾਂ ਨੇ ਜਿਹੜੀ ਮੰਡੀ ਸਿਸਟਮ ਹੈ ਪੰਜਾਬ ਦਾ ਖਤਮ ਹੋਊਗਾ, ਤੇ ਜਿਹੜਾ ਕੰਟਰੈਕਟ ਫਾਰਮਿੰਗ ਲਾਈਕ ਉਹਨਾਂ ਨੇ, ਕਿਉਂਕਿ ਉਹ ਵੱਡੇ ਪਾਵਰਫੁਲ ਬੰਦੇ ਹੈ, ਲੀਗਲੀ ਪੋਲੀਟੀਕਲੀ ਮੱਚ ਪਾਵਰਫੁਲ ਹੈ, ਉਹਦੇ ਨਾਲ ਉਹਨਾਂ ਜ਼ਮੀਨਾਂ ਤੇ ਵੀ ਖਤਰਾ ਹੋਊਗਾ, ਤੇ MSP ਖਤਮ ਹੋ ਜਾਣੀ ਹੈ। ਤਿੰਨੇ ਚੀਜ਼ਾਂ ਅਸੀਂ ਕਿਹਾ ਸੀ ਕਿ ਐਕਟ ਰਾਹੀਂ ਤੁਸੀਂ ਤਿੰਨੇ ਚੀਜ਼ਾਂ ਅਸ਼ੋਰ ਕਰੋ ਪੰਜਾਬ ਦੇ ਕਿਸਾਨ ਨੂੰ, ਕੱਲੀ ਚਿੱਠੀ ਨਾਲ ਨਹੀਂ।
ਤੇ ਫਿਰ ਉਹ ਜਦੋਂ ਨਹੀਂ ਮੰਨੇ। ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹੁੰਦਾ ਹੈ ਕਿ ਕੈਪਟਨ ਸਾਹਿਬ ਨੇ ਆ ਤਿੰਨੇ ਐਕਟ ਜਿਹੜੇ ਸੈਂਟਰ ਸਰਕਾਰ ਨੇ ਪਾਸ ਕੀਤੇ ਆ 2017 ਜਦੋਂ ਮੁੱਖ ਮੰਤਰੀ ਬਣੇ, ਤੁਸੀਂ ਇਹਨਾਂ ਦਾ ਚੋਣ ਪੱਤਰ ਵੀ ਪੜ੍ਹ ਲਓ ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦਾ 2019 ਦਾ ਪਾਰਲੀਮੈਂਟ ਦਾ ਮੈਨੀਫੈਸਟੋ ਵੀ ਪੜ੍ਹ ਲਓ। ਦੋਨਾਂ ਚ ਉਹਨਾਂ ਨੇ ਕਲੀਅਰ ਕੀਤਾ। ਰਾਹੁਲ ਗਾਂਧੀ ਤਾਂ ਇੱਕ ਵੱਡੀ ਗੱਲ ਵੀ ਕਹਿ ਦਿੱਤੀ ਉੱਥੇ, ਤੁਸੀਂ ਉਹਨਾਂ ਦੇ ਚੋਣ ਮੈਨੀਫੈਸਟੋ 'ਚ ਪੜ੍ਹੋ ਕਾਂਗਰਸ ਦੀ, ਕਿ ਜੇ ਸਾਡੀ ਸਰਕਾਰ ਬਣੂਗੀ ਪੂਰੇ ਦੇਸ਼ ਵਿੱਚ ਜਿੰਨੇ ਵੀ APMC ਐਕਟ ਹੈ, ਸਰਕਾਰੀ ਮੰਡੀਆਂ ਦੇ ਐਕਟ ਹੈ, ਸਾਰੇ ਰੱਦ ਕਰਾਂਗੇ, ਸਾਰਿਆਂ ਨੂੰ ਪ੍ਰਾਈਵੇਟਾਈਜ਼ ਕਰਾਂਗੇ। ਕੈਪਟਨ ਸਾਹਿਬ ਨੇ BI ਕਿਹਾ ਸੀ ਤੇ ਔਨ ਸਰ 3 ਮਹੀਨੇ 'ਚ ਹੋਰ ਤਾਂ ਕੋਈ ਕੰਮ ਕੀਤਾ ਨਹੀਂ 3.5-4 ਸਾਲ 'ਚ। ਆ ਜਿਹੜੇ ਐਕਟ ਹੈ ਉਹਨੇ 3 ਮਹੀਨੇ ਦੇ ਅੰਦਰ ਐਕਟ ਪਾਸ ਕਰ ਦਿੱਤੇ ਜੀ। ਸੋ ਤਾਈ ਆਈ ਕਾਰਨ ਹੈ, ਅਸੀਂ ਬਾਰ-ਬਾਰ ਤਾਈ ਕਹਿ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਡਬਲ ਗੇਮ ਨਾ ਖੇਲੋ। ਜੇ ਕਿਸਾਨੀ ਨਾਲ ਦੇ ਹੱਕ 'ਚ ਲੜਨਾ ਫਿਰ ਡਟ ਕੇ ਲੜੋ, ਐ ਡਰਾਮੇ ਨਾ ਕਰੋ। ਬਾਦਲ ਸਾਹਿਬ, ਸੈਂਟਰ ਗਵਰਨਮੈਂਟ ਵੱਲੋਂ BJP ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਐਕਟ ਲਿਆਂਦੇ ਗਏ ਨੇ ਵਨ ਨੇਸ਼ਨ ਵਨ ਮਾਰਕੀਟ ਦੇ ਤਹਿਤ ਲਿਆਂਦੇ ਗਏ ਨੇ ਔਰ ਇਸ ਦੇ ਨਾਲ ਸਿਰਫ ਕਿਸਾਨਾਂ ਨੂੰ ਫਾਇਦਾ ਹੋਵੇਗਾ। MSP ਉਹ ਕਹਿ ਰਹੇ ਨੇ ਕਿ MSP ਇਸ ਦੇ ਨਾਲ ਨਹੀਂ ਖਤਮ ਹੋਣ ਜਾ ਰਹੀ। ਫਿਰ ਕਿੱਥੇ ਇਹ ਖਦਸ਼ਾ ਜਿਹੜਾ ਹੈ ਕਿਸਾਨਾਂ ਵੱਲੋਂ ਜਤਾਇਆ ਜਾ ਰਿਹਾ ਹੈ? ਕੀ UP 'ਚ MSP ਤੇ ਖਰੀਦ ਹੁੰਦੀ ਹੈ? ਕੀ ਰਾਜਸਥਾਨ 'ਚ MSP ਤੇ ਖਰੀਦ ਹੁੰਦੀ ਹੈ? ਕੀ UP ਦੇ ਫਾਰਮਰ ਤੁਸੀਂ ਆਪ ਰੋਜ਼ ਦੇਖਦੇ ਹੋ ਬਾਰਡਰ ਸਾਰਾ ਟਰੱਕ, ਹਜ਼ਾਰਾਂ ਟਰੱਕ ਇੱਥੇ ਪੰਜਾਬ 'ਚ ਆ ਕੇ ਵਿਕ ਰਹੇ ਹੈ ਤੇ ਹਰਿਆਣੇ 'ਚ ਵਿਕ ਰਹੇ ਹੈ। ਕਿਉਂ ਵਿਕ ਰਹੇ ਹੈ? ਕਿਉਂਕਿ UP 'ਚ MSP ਨਹੀਂ ਹੈ, ਬਿਹਾਰ 'ਚ MSP ਨਹੀਂ ਹੈ, ਸਾਰੀ ਸਟੇਟਾਂ 'ਚ ਨਹੀਂ ਹੈ। तो वही सिस्टम वो MSP रजीम तो बाहर निकल के ओपन करना चाहते हैं कि प्राइवेट आउन वो खरीदन तो लैके चले जान। मैं तो पार्लीमेंट भी किया सी, प्रधानमंत्री ने किया सी कि जिहड़ा APMC एक्ट पंजाब दा वो हिंदुस्तान दे विच सब तो वधिया एक्ट है। तुसी प्राइवेटाइजेशन करने की बजाय पंजाब दा APMC एक्ट सारे सूबे च लागू कर दिओ ते किसानी भी खुश ते देश भी खुश ते देश की किसानी तरक्की भी करूगी। ਬਲ ਸਾਹਿਬ ਇੱਕ ਹੋਰ ਸਵਾਲ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜੇ ਇਹ ਤਿੰਨ ਜਿਹੜੇ ਖੇਤੀ ਜਿਹੜੇ ਬਿੱਲ ਪਾਸ ਕੀਤੇ ਗਏ, ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੁਝ ਹੋਰ ਐਡੀਸ਼ਨ ਹੋਣੀ ਚਾਹੀਦੀ ਸੀ ਜਾਂ ਫਿਰ ਇਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਹੈਗਾ? ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਅਸੈਂਬਲੀ 'ਚ। ਉਹਨਾਂ ਦਾ ਬਿਆਨ ਕੀ ਸੀ ਕਿ ਅਸੀਂ ਪੰਜਾਬ ਦੀ ਅਸੈਂਬਲੀ 'ਚ ਕਾਨੂੰਨ ਰੱਦ ਕਰਾਂਗੇ, पर इन्होंने की किया? रद्द नहीं किए, उन्होंने अमेंडमेंट की। अमेंडमेंट का मतलब है तुसी कानून ओवरऑल तुसी कहने सही है, आ 2 लाइना बदल दो। ताइयों जो असैंबली असी 2-3 दिन पहले भी कह रहे थे कैप्टन साहब को कि सानू एक्ट की कॉपी भेज दिओ, असी पढ़ लीए, क्योंकि आ सेंटर की सरकार नाल रले है। आ कैप्टन साहब जो हुक्म दिल्ली आउंदा है वो 1 इंच नहीं बाहर जाते। तो तुसी देखिया होना उन्होंने सानू जो असैंबली आए अंदर जो बैठे तो बोलन लगे उदों कॉपियां दित्तियां। असी उदों भी साडे मैंबरां ने कहा कि सानू पढ़न वास्ते घंटा दे दिओ, पर कहते नहीं नहीं कोई पढ़ना नहीं, आप तो रद्द कर रहे हैं। सो बगैर सानू, क्योंकि असी नहीं चाहते सी उस टाइम कि एक माहौल यह जा बाहर मैसेज आए कि लोकी दो फाड़ च है। असी यूनैनिमसली, क्योंकि उन्होंने कहा सी मैं रद्द कर रहा, असी उसी रद्द करने ते असी उन्होंने सपोर्ट करती। पर जो बाहर आके देखा कि रद्द तक कीते ही नहीं, इन्होंने तो कली अमेंडमेंट की 4 लाइना बदलने को कहा सेंटर नूं। ते जिहड़ी वड्डी गल है कैप्टन साहब नूं भी पता सी कि अमेंडमेंट नहीं होनी, क्योंकि आ जिस एक्ट रही ट्रेड इन एग्रीकल्चर जो कॉन्करेंट लिस्ट है जो सेंटर के थले आउंदा है उहदे राही इन्होंने अपने बिल लिआंदे। असी उन्होंने कहा सी जे तुसीं बचाउणा है पंजाब दी किसानी नूं, एग्रीकल्चर खेती जिहड़ा एग्रीकल्चर स्टेट सबजैक्ट है उहदे थले लैके आओ। जिहड़ा APMC एक्ट है जिहड़ी मंडी बनाई है पूरे पंजाब नूं एक मंडी डिक्लेयर कर दिओ ते सेंटर दे कानून बिल्कुल रद्द हो जाएंगे। तुसीं देखो कैप्टन साहब क्योंकि मोदी साहब तो बहुत डरदे हैं, उन्होंने किया नहीं। इन्हां दे मध्य प्रदेश छत्तीसगढ़ जिहड़ा हैगा चीफ मिनिस्टर ने जो असीं कहा उन्होंने पूरा किया ते अज उत्थे गवर्नर दे साइन हो गए। राजस्थान ने भी अपने एग्रीकल्चर थले लैके आए तो उत्थे भी गवर्नर दे साइन होए। इत्थे क्यों नहीं होए? क्योंकि उन्होंने जान के ट्रेड इन एग्रीकल्चर के थले लिआंदी है अमेंडमेंट ਜਿਹੜੀਆਂ ਪਾਵਰ ਹੀ ਹੈ ਨਹੀਂ ਸਟੇਟ ਗਵਰਨਮੈਂਟ। ਠੀਕ ਹੈ ਬਾਦਲ ਸਾਹਿਬ, ਤੁਸੀਂ ਸਾਡੇ ਨਾਲ ਬਣੇ ਰਹੋ। 30 ਸੈਕਿੰਡਸ ਦੇ ਲਈ ਮੈਂ ਬ੍ਰੇਕ ਤੇ ਜਾਣਾ ਹੈਗਾ। ਬ੍ਰੇਕ ਤੋਂ ਬਾਅਦ ਆ ਕੇ ਵੀ ਇਸ ਚਰਚਾ ਨੂੰ ਜਾਰੀ ਰੱਖਾਂਗੇ। ਹੋਰ ਵੀ ਕਈ ਮੁੱਦੇ ਹੈਗੇ ਨੇ ਜਿਨ੍ਹਾਂ ਤੇ ਤੁਹਾਡਾ ਜਵਾਬ ਚਾਹੀਦਾ ਸਾਨੂੰ। ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਤੇ।
ब्रेक तो बाद तमाम मेहमानों का भी स्वागत है। साडे दर्शक साडे नाल बने हुए ने, सुखबीर बादल भी साडे नाल बने हुए ने, उन्होंने भी बहुत स्वागत है। सर तुहाडे कोल आऊंगी मैं, तुसी जिस तरह कुर्बानी का जिक्र किया, क्योंकि केंद्री जो कानून आए उस तो बाद सुखबीर बादल ने, श्रोमणी अकाली दल ने अपना स्टैंड लिया, उन्होंने वजारत भी छड्डी, उन्होंने गठजोड़ भी तोड़ दिता। ते की अज जो मौजूदा स्थिति सूबे की वेखीए, बीते रोज जो कानूना का मुद्दा है वह तो लगातार चल ही रहा है, पर जो तलखी इन्हां रिश्तियां दे विच आई है, जो इस गठजोड़ दे विच आई है, वह भी सारियां दे सामने है। बीते रोज विक्रम मजीठिया की सिक्योरिटी वापस ले ली जाती है। 10 साल तो यह सिक्योरिटी उन्होंने कोल सी कि इस तरह अज श्रोमणी अकाली दल नूं इस टुटे गठजोड़ का खमियाजा भुगतना पै रहा है कि असीं इस नूं बदले की सियासत समझिए, जिस तरह की बयानबाजी लगातार हो रही है। सुखबीर बादल किस तरह वेखते हैं इसनूं? जी ਜਿਹੜੀ ਸਿਕਿਉਰਿਟੀ ਦੀ ਗੱਲ ਕਰਦੇ ਆ जी ਆ ਤਾਂ ਤੁਹਾਡੇ ਸਾਹਮਣੇ ਹੀ ਹੈ ਕਿ ਜੋ ਗਵਰਨਮੈਂਟ ਆਫ ਇੰਡੀਆ ਨਾਲ ਜੋ ਵੀ ਟੱਕਰਾ ਲੈਂਦਾ ਹੈ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਦਬਾਉਣ ਦੀ ਕੋਸ਼ਿਸ਼ ਕਰੀਏ, ਪਰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪਾਰਟੀ ਹੈ, ਉਹ ਇਹਨੂੰ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੀ ਪਾਰਟੀ ਦੇ ਵਰਕਰ 15-15 ਸਾਲ ਜੇਲ੍ਹਾਂ ਜਾ ਸਕਦੇ ਹੈ, ਕਿਸਾਨਾਂ ਵਾਸਤੇ, ਗਰੀਬਾਂ ਵਾਸਤੇ, ਆ ਛੋਟੀ ਛੋਟੀ ਗੱਲਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਤਾਂ ਲੜਾਈ ਲੜਦੇ ਰਹਾਂਗੇ ਤੇ ਲੜਦੇ ਰਹਾਂਗੇ, ਨਾ ਸਾਨੂੰ ਕੋਈ ਡਰਾ ਸਕਦਾ ਨਾ ਧਮਕਾ ਸਕਦਾ। ਜੇ ਪੂਰੇ ਸਾਲ ਗਾਂਧੀ ਪਰਿਵਾਰ ਦੇ ਖਿਲਾਫ ਟਾਕਰਾ ਰਿਹਾ, ਉਹਨਾਂ ਵੱਡੀ ਤਾਕਤ ਐਮਰਜੈਂਸੀ ਦੀ ਲੜਾਈ ਅਸੀਂ ਲੜਦੇ ਰਹੇ ਹਾਂ, ਜਿੱਥੇ ਪੂਰੇ ਦੇਸ਼ ਵਿੱਚ ਸਾਰੇ ਲੋਕ ਘਬਰਾ ਗਏ ਸੀ। ਟੋਟਲ ਦੇਸ਼ ਵਿੱਚ ਤਕਰੀਬਨ ਐਮਰਜੈਂਸੀ ਲੜਾਈ ਦੌਰਾਨ 90,000 ਲੋਕਾਂ ਨੇ ਗ੍ਰਿਫਤਾਰੀ ਦਿੱਤੀ, ਜਿਨ੍ਹਾਂ ਚੋਂ 60,000 ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ। ਸੋ ਜਿਹੜੀ ਸਾਡੀ ਪਾਰਟੀ ਹੈ, ਸਾਡੀ ਪਾਰਟੀ ਜਥੇਬੰਦੀ ਹੈ ਜੀ ਹੈ, ਜਿਹੜੀ ਸਟੈਂਡ ਜਿੱਥੇ ਲੈ ਲੇ ਉੱਥੇ ਸਟੈਂਡ ਤੇ ਖੜਦੀ ਹੈ। ਸਾਨੂੰ ਕਿਸੇ ਤੋਂ ਡਰ ਨਹੀਂ ਹੈ, ਨਾ ਅਸੀਂ ਘਬਰਾਉਣੇ ਆ जी। सर कहते ने जो भाजपा ਨੂੰ ਇਹ ਸਵਾਲ ਕੀਤਾ ਤਾਂ ਉਹਨਾਂ ਦਾ ਕਹਿਣਾ ਕਿ ਸੈਂਟਰਲ ਏਜੰਸੀਆਂ ਇਸ ਨੂੰ ਰਿਵਿਊ ਕਰਦੀਆਂ ਨੇ, ਪਰ ਇੱਕ ਪਾਸੇ ਵਿਕਰਮ ਮਜੀਠੀਆ ਜੋ ਕੁਝ ਹੀ ਮਹੀਨੇ ਪਹਿਲਾਂ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕਰਦੇ ਨੇ ਕਿ ਉਹਨਾਂ ਨੂੰ ਥ੍ਰੈਟਨਿੰਗ ਕਾਲਸ ਆ ਰਹੀਆਂ ਨੇ, ਤਾਂ ਅਜਿਹੇ ਦੇ ਵਿੱਚ ਜੇ ਸੈਂਟਰਲ ਏਜੰਸੀਆਂ ਨੇ ਵੀ ਇਹ ਰਿਵਿਊ ਕੀਤਾ ਤਾਂ ਕੀ ਸੈਂਟਰਲ ਏਜੰਸੀਆਂ ਤੇ ਸੁਖਬੀਰ ਬਾਦਲ ਦਾ ਯਕੀਨ ਹੁਣ ਬਰਕਰਾਰ ਰਹੇਗਾ? ਜੋ ਸੈਂਟਰਲ ਏਜੰਸੀਆਂ ਨੂੰ ਕੋਈ ਰਿਵਿਊ ਜਦੋਂ ਅਸੀਂ ਵਿਡਰਾ ਕਰ ਲਈ ਸਪੋਰਟ, ਉਸ ਕਰਕੇ ਹੀ ਰਿਵਿਊ ਹੁੰਦਾ। ਪਹਿਲੇ 1 ਸਾਲ ਪਹਿਲੇ ਨਹੀਂ ਹੋਇਆ। ਤੁਸੀਂ ਸਾਰੇ ਜਾਣਦੇ ਹੋ ਜਿਵੇਂ ਗੈਂਗਸਟਰਾਂ ਨੇ ਵਿਕਰਮ ਮਜੀਠੀਆ ਦੇ ਖਿਲਾਫ ਪੂਰੇ ਮੁਹਿੰਮ ਚੁਣੀ, ਵਿਕਰਮ ਮਜੀਠੀਆ ਨੇ ਲੜਾਈ ਲੜੀ ਗੈਂਗਸਟਰਾਂ ਦੇ ਖਿਲਾਫ ਜੀ, ਜਿਨੇ ਗੈਂਗਸਟਰਾਂ ਨੂੰ ਓਪਨਲੀ ਚੈਲੰਜ ਕੀਤਾ। ਗੈਂਗਸਟਰਾਂ ਦੀ ਜਿਹੜੀ ਸਪੋਰਟ ਪੰਜਾਬ ਗਵਰਨਮੈਂਟ ਕਰ ਰਹੀ ਹੈ, ਇਹਨਾਂ ਦੇ ਮੰਤਰੀ ਕਰ ਰਹੇ ਆ, ਉਹ ਉਹਨਾਂ ਨੂੰ ਐਕਸਪੋਜ਼ ਕੀਤਾ ਕਿਵੇਂ ਗੈਂਗਸਟਰ ਜੇਲ੍ਹਾਂ ਵਿੱਚ ਪੂਰਾ ਆਨੰਦ ਮਾਣ ਰਹੇ, ਉਹਨਾਂ ਨੂੰ ਹਰ ਫੈਸਿਲਿਟੀ ਹੈ, ਸਾਰਾ ਕੁਝ ਐਕਸਪੋਜ਼ ਕੀਤਾ। ਲੜਾਈ ਉਹਨਾਂ ਦੇ ਖਿਲਾਫ ਵਿਕਰਮ ਮਜੀਠੀਆ ਨੇ ਚੱਕੀ ਸੀ ਜੀ, ਤੇ ਹੁਣ ਉਹ ਕਹਿੰਦੇ ਸਿਕਿਉਰਿਟੀ ਥ੍ਰੈਟ ਨਹੀਂ ਹੈ। ਉਹ ਸੋਚਦੇ ਕਿ ਅਸੀਂ ਇਹਦੇ ਨਾਲ ਡਰਾ ਲਾਂਗੇ, ਧਮਕਾ ਲਾਂਗੇ, ਜਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ। ਸਾਡੇ ਨਾਲ ਜਨਤਾ ਹੈ, ਜਨਤਾ ਦੀ ਸਿਕਿਉਰਿਟੀ ਇਹਨਾਂ ਦੀ ਗਨਮੈਨਾਂ ਨਾਲੋਂ ਜ਼ਿਆਦਾ ਵੱਡੀ ਹੁੰਦੀ ਹੈ ਜੀ। ਗੱਲ ਕਰੀਏ ਸਰ ਇਸ 9 ਮਾਸ ਦੇ ਰਿਸ਼ਤੇ ਦੀ, ਤਾਂ ਹਰਜੀਤ ਗਰੇਵਾਲ ਬੀਤੇ ਰੋਜ਼ ਕਹਿੰਦੇ ਨੇ ਕਿ ਉਹਨਾਂ ਦੇ ਦਫ਼ਤਰ ਤੇ ਜੋ ਹਮਲਾ ਕਰਵਾਇਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੀ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ। ਅਕਾਲੀ ਦਲ ਵੱਲੋਂ ਜੋ ਬਿਆਨਬਾਜ਼ੀਆਂ ਨੇ, ਅਕਾਲੀ ਦਲ ਈਵੀਐਮਸ ਨੂੰ ਲੈ ਕੇ ਅੱਜ ਸਵਾਲ ਚੁੱਕ ਰਿਹਾ ਹੈ। ਅਕਾਲੀ ਦਲ ਅੱਜ ਬਿਹਾਰ ਚੋਣਾਂ ਨੂੰ ਲੈ ਕੇ ਵੀ ਜੋ ਹੈ ਇਸ ਨੂੰ ਲੈ ਕੇ ਵੀ ਕੁਝ ਸੰਸ਼ੇ ਜ਼ਰੂਰ ਪ੍ਰਗਟਾਏ ਗਏ ਨੇ। ਤਾਂ ਇਹ ਜੋ ਰਿਸ਼ਤਿਆਂ ਦੇ ਵਿੱਚ ਹੁਣ ਦਰਾਰ ਆਈ ਹੈ, ਕਿ ਲੱਗਦਾ ਹੈ ਕਿ ਜੋ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ, ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦੀ ਕੋਈ ਸਰਜਰੀ ਮੁਮਕਿਨ ਹੈ, ਉਹ ਸਰਜਰੀ 2022 ਤੋਂ ਬਾਅਦ ਦੇਖ ਲਈਏ ਜਾਂ 2022 ਤੋਂ ਪਹਿਲਾਂ ਵੇਖ ਲਈਏ, ਕਿਸੇ ਤਰ੍ਹਾਂ ਦੀ ਸਰਜਰੀ ਦੇ ਨਾਲ ਇਹ 9 ਮਾਸ ਦਾ ਰਿਸ਼ਤਾ ਦੁਬਾਰਾ ਤੋਂ ਮੁੜ ਤੋਂ ਕਾਇਮ ਕੀਤਾ ਜਾ ਸਕੇਗਾ ਜਾਂ ਫਿਰ ਹੁਣ ਕੋਈ ਚਾਂਸ ਹੀ ਨਜ਼ਰ ਨਹੀਂ ਆਉਂਦਾ? ਪਹਿਲੀ ਗੱਲ ਮੈਂ ਜਿਹੜੇ ਗਰੇਵਾਲ ਸਾਹਿਬ ਨੂੰ ਦੱਸਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਇਹ ਜਿਹੀਆਂ ਛੋਟੀਆਂ ਗੱਲਾਂ 'ਚ ਪੈਂਦਾ ਹੀ ਨਹੀਂ। ਸਾਨੂੰ ਉਹਨਾਂ ਨੂੰ ਦਫ਼ਤਰ ਟਾਰਗੇਟ ਕਰਨ ਨੂੰ ਜਾਂ ਹੋਰ ਟਾਰਗੇਟ ਕਰਨ ਨੂੰ ਸਾਨੂੰ ਕੀ ਲੋੜ ਹੈ? ਅਸੀਂ ਆਪਣੀ ਪੋਲੀਟੀਕਲ ਲੜਾਈ ਲੜਦੇ, ਨਾਲੇ ਉਹ ਐਡੇ ਵੱਡੇ ਲੀਡਰ ਨਹੀਂ ਹੈ ਕਿ ਉਹਨਾਂ ਨੂੰ ਅਸੀਂ ਇੰਨੀ ਇੰਪੋਰਟੈਂਸ ਦੇਣੀ ਹੈ। ਮੈਂ ਉਹਨਾਂ ਨੂੰ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਨਾ ਰੋਲ ਹੈ, ਨਾ ਰਹਿਣਾ, ਨਾ ਸਾਡਾ ਇਹ ਜੀ ਸੋਚ ਹੈ। ਦੂਜੀ ਗੱਲ, ਜਿਹੜੀ ਪਾਰਟੀ ਨੇ 30-35 ਸਾਲ ਅਸੀਂ ਉਹਨਾਂ ਨਾਲ ਅਲਾਇੰਸ ਕੀਤੀ ਹੈ, ਇਸ ਕਰਕੇ ਕੀਤੀ ਕਿ ਆ ਜ਼ਰੂਰੀ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਇਕੱਠੇ ਰੱਖਣ ਦੀ ਉਹ ਜਦੋਂ ਲੋੜ ਸੀ, ਆ ਅਲਾਇੰਸ ਨੇ ਉਹ ਮਕਸਦ ਪੂਰਾ ਕੀਤਾ ਜੀ। ਮੇਰੇ ਪਿਤਾ ਬਾਦਲ ਸਾਹਿਬ ਦੀ ਇੱਕੋ ਇੱਕ ਸੋਚ ਹੈ ਕਿ ਪੰਜਾਬ ਤਰੱਕੀ ਤਾਂ ਕਰੂਗਾ ਜੇ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗਾ, ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤੇ ਸਾਰੇ ਧਰਮਾਂ ਦਾ ਸਤਿਕਾਰ ਹੋਊਗਾ। ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਾਹਿਬ ਦੀ ਸਰਕਾਰਾਂ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਹੈ, ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ, ਉਹਨਾਂ ਵਿੱਚ ਬਹਿੰਦੇ ਸੀ। ਜਿਹੜੇ ਜਿੰਨੇ ਧਰਮ ਹੈ ਉਹਨਾਂ ਦੇ ਧਾਰਮਿਕ ਸਥਾਨ
ਪੰਜਾਬ ਸਰਕਾਰ ਨੇ, ਬਾਦਲ ਸਾਹਿਬ ਨੇ ਆਪ ਕਰੋੜਾਂ ਰੁਪਏ ਲਾ ਕੇ ਸਜਾਏ। ਤੁਸੀਂ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਜਾ ਕੇ ਦੇਖੋ, ਤਕਰੀਬਨ 200 ਕਰੋੜ ਰੁਪਇਆ ਦੁਰਗਿਆਨਾ ਮੰਦਿਰ ਵਾਸਤੇ ਲਾਇਆ ਹੈ। ਰਾਮ ਤੀਰਥ ਪਵਿੱਤਰ ਸਥਾਨ ਜਿਹੜਾ ਮੰਦਿਰ ਹੈ ਉੱਥੇ ਘੱਟ ਤੋਂ ਘੱਟ 300 ਕਰੋੜ ਰੁਪਇਆ ਲਵਾਇਆ ਹੈ। ਗੁਰੂ ਰਵਿਦਾਸ ਜੀ ਮਹਾਰਾਜ ਦੇ ਪਵਿੱਤਰ ਸਥਾਨ ਵਾਸਤੇ ਲਵਾਇਆ ਹੈ। ਦਰਬਾਰ ਸਾਹਿਬ ਜਾ ਕੇ ਦੇਖੋ। ਸੋਚ ਆ ਸੀ, ਕਿਉਂਕਿ ਪੰਜਾਬ ਤੇ ਸ਼੍ਰੋਮਣੀ ਤੇ ਆਪਣੇ ਗੁਰੂ ਸਾਹਿਬਾਨ ਨੇ ਵੀ ਆਪਾਂ ਨੂੰ ਆਈ ਸਿੱਖਿਆ ਦਿੱਤੀ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਆਪਣੇ ਨੌਵੇਂ ਪਾਤਸ਼ਾਹ ਨੇ ਤਾਂ ਦੂਜੇ ਧਰਮ ਦੀ ਰੱਖਿਆ ਵਾਸਤੇ ਆਪਣੀ ਜਾਨ ਕੁਰਬਾਨ ਕਰਤੀ ਹੈ। ਸੋ ਆਪਾਂ ਉਹਨਾਂ ਗੁਰੂਆਂ ਦੇ ਬੱਚੇ ਹੈ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੀ ਆਪਣੀ ਗੱਲ ਸਿਖਾਈ ਹੈ। ਸੋ ਆਈ ਸੋਚ ਅਕਾਲੀ ਦਲ ਦੀ ਹੈ ਤੇ ਆਈ ਸੋਚ ਲੈ ਕੇ ਹੀ ਆਪਾਂ ਅਕਾਲੀ ਦਲ ਚੱਲਦਾ ਰਿਹਾ। ਬਲ ਸਾਹਿਬ ਤਲਖੀ ਦੀ ਗੱਲ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗਠਜੋੜ ਟੁੱਟਿਆ, ਉਸ ਤੋਂ ਬਾਅਦ ਤਲਖੀਆਂ ਵੀ ਕਾਫੀ ਵੱਧ ਗਈਆਂ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਬੀਜੇਪੀ ਹੁਣ ਕਾਫੀ ਸਰਗਰਮ ਵੀ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਉਹਨਾਂ ਦੇ ਆਗੂਆਂ ਵੱਲੋਂ ਕਿ 117 ਦੀ 117 ਸੀਟਾਂ ਤੇ ਉਹਨਾਂ ਵੱਲੋਂ ਚੋਣ ਲੜੀ ਜਾਵੇਗੀ। ਹੁਣ ਤੋਂ ਥੋੜੀ ਦੇਰ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੀ ਅਸੀਂ ਸਵਾਲ ਪੁੱਛਿਆ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਕਾਂਗਰਸ ਦਾ ਕੋਈ ਓਪੋਨੈਂਟ ਨਹੀਂ ਹੈਗਾ, ਨਾ ਹੀ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਬੀਜੇਪੀ ਤੇ ਨਾ ਹੀ ਕੋਈ ਹੋਰ ਪਾਰਟੀ। ਮੈਂ ਕੈਪਟਨ ਸਾਹਿਬ ਨਾਲ ਸਹਿਮਤ ਹਾਂ ਕਿ ਕੈਪਟਨ ਸਾਹਿਬ ਦਾ ਕੋਈ ਓਪੋਨੈਂਟ ਨਹੀਂ ਹੈ, ਕਿਉਂਕਿ ਕੈਪਟਨ ਸਾਹਿਬ ਦੇ ਪੱਲੇ ਕੁਝ ਨਹੀਂ ਰਹਿ ਗਿਆ। ਉਹਨਾਂ ਦੀ ਸਰਕਾਰ ਬਿਲਕੁਲ ਆਈਸੀਯੂ 'ਚ ਹੈ, ਉਹਨਾਂ ਦੀ ਪਾਰਟੀ ਆਈਸੀਯੂ 'ਚ ਹੈ। ਪਿਛਲੀ ਵਾਰ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ 2002 ਤੋਂ 2007, 10 ਸਾਲ ਕਾਂਗਰਸ ਨੂੰ ਖਤਮ ਕਰ ਗਏ। ਐਕਟੀ ਜਿਵੇਂ ਉਹਨਾਂ ਦਾ ਵਰਤੀ ਹੈ, ਜਿਵੇਂ ਕੰਮ ਕੀਤੇ ਆ, ਹੁਣ ਤਾਂ ਪੱਕਾ ਹੀ ਭੋਗ ਪਾ ਕੇ ਅੰਤਿਮ ਅਰਦਾਸ ਕਰਕੇ ਕਾਂਗਰਸੀ ਜਾਣਗੇ। ਨਾਲ ਹੀ ਬੀਜੇਪੀ ਆਗੂ ਇਹ ਵੀ ਕਹਿ ਰਹੇ ਨੇ ਕਿ 117 ਦੀ 117 ਸੀਟਾਂ ਤੇ ਜਿੱਤ ਹਾਸਲ ਕਰਨਗੇ ਤੇ 2022 ਦੇ ਵਿੱਚ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਬਣ ਕੇ ਆਏਗੀ ਸਾਹਮਣੇ। ਹਰ ਪਾਰਟੀ ਦਾ ਹੱਕ ਹੈ ਲੜਾਈ ਲੜਨਾ ਤੇ ਮੋਸਟ ਵੈਲਕਮ। ਉਹਨਾਂ ਦਾ ਜੋ ਕਾਫੀ ਦੇਰ ਦੀ ਇੱਛਾ ਅਖਬਾਰਾਂ ਚਾਹੁੰਦੀ ਸੀ ਕਿ ਉਹ ਲੜਨਾ ਚਾਹੁੰਦੇ ਆ, ਮੌਕਾ ਮਿਲਿਆ ਉਹਨਾਂ ਨੂੰ, ਜ਼ਰੂਰ ਲੜਨ। ਸਰ ਮੇਰਾ ਇੱਕ ਸਵਾਲ, ਕਿਉਂਕਿ ਸੀਬੀਆਈ ਦੀ ਗੱਲ ਹੋ ਰਹੀ ਹੈ, ਸੈਂਟਰਲ ਏਜੰਸੀਜ਼ ਦੀ ਗੱਲ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਸੀਬੀਆਈ ਦੀ ਨੋ ਐਂਟਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਕਿ ਸੀਬੀਆਈ ਨੇ ਕਿਸੇ ਦੀ ਕੋਈ ਇਨਕੁਆਇਰੀ ਕਰਨੀ ਹੈਗੀ ਹੈ ਤਾਂ ਪਹਿਲਾਂ ਪੰਜਾਬ ਸਰਕਾਰ ਦੀ ਪਰਮਿਸ਼ਨ ਲੈਣੀ ਪਏਗੀ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੁਣ ਤੋਂ ਥੋੜੀ ਦੇਰ ਪਹਿਲਾਂ ਇਹੀ ਕਿਹਾ ਕਿ ਮੈਂ ਸਾਡੇ ਤੋਂ ਪੁੱਛੇ ਬਿਨਾ ਕੁਝ ਨਹੀਂ ਕਰ ਸਕਦੇ ਸੀਬੀਆਈ ਵੱਲ। ਕੀ ਤੁਸੀਂ ਕੀ ਕਹੋਗੇ ਕਿ ਇਹ ਅਜਿਹਾ ਸਟੈਪ ਪੰਜਾਬ ਸਰਕਾਰ ਵੱਲੋਂ ਕਿਉਂ ਲਿਆ ਗਿਆ? ਐਕਚੁਅਲੀ ਇਹ ਜਿਹਾ ਸਟੈਪ ਹੁਣ ਸਾਰੀਆਂ ਸਟੇਟਾਂ ਇਸ ਲਈ ਲੈਣ ਲੱਗੀਆਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਪੋਲੀਟੀਕਲ ਆਪਣਾ ਲੜਾਈ ਸੀਬੀਆਈ ਰਾਹੀਂ ਤੇ ਆਪਣੀਆਂ ਏਜੰਸੀਆਂ ਰਾਹੀਂ ਹੁਣ ਲੜਨ ਲੱਗ ਗਈ ਹੈ, ਜਿਹੜੀ ਉਹ ਬੜੀ ਗਲਤ ਗੱਲ ਹੈ। ਸੋ ਜਿਹੜਾ ਆਪਣਾ ਡੈਮੋਕ੍ਰੈਟਿਕ ਸਿਸਟਮ ਹੈ, ਜਿਹੜੀ ਕਨਸਟੀਟਿਊਸ਼ਨ ਹੈ, ਜਿਹੜੀ ਫੈਡਰਲ ਢਾਂਚਾ ਹੈ ਆਪਣਾ, ਉਹਦੇ ਤੇ ਜਿਹੜੀ ਬਹੁਤ ਵੱਡਾ ਅਟੈਕ ਹੈ। ਸੋ ਆਈ ਥਿੰਕ ਜਿਹੜੇ ਡਿਸੀਜਨਸ ਮੁੱਖ ਮੰਤਰੀ ਸਾਰੇ ਸੂਬਿਆਂ ਦੇ ਲੈ ਰਹੇ ਆ, ਇਸ ਨੂੰ ਦੇਖ ਕੇ ਲੈ ਰਹੇ ਆ ਔਰ ਬਿਲਕੁਲ ਸਹੀ ਡਿਸੀਜਨ ਮੰਨਦੇ ਹੋ ਇਸ ਨੂੰ? ਸਹੀ ਡਿਸੀਜਨ ਹੈ ਕਿਉਂਕਿ ਹੁਣ ਮਿਸਯੂਜ਼ ਹੋਣ ਲੱਗ ਗਿਆ ਜੀ। ਡੈਮੋਕ੍ਰੇਸੀ ਦੀ ਗੱਲ ਹੋ ਰਹੀ ਹੈ ਸਰ ਕਿ ਜਦੋਂ ਕਿਸੇ ਨੂੰ ਹਾਸਲ ਕਰਨਾ ਜੀ, ਮੈਂ ਇਹ ਕਹਿਣਾ ਕਿ ਰਾਈਟਸ ਸੂਬੇ ਜਿਹੜੀ ਆਪਣਾ ਫੈਡਰਲ ਢਾਂਚਾ ਹੈ, ਫੈਡਰਲ ਢਾਂਚੇ 'ਚ ਜਿਹੜੀਆਂ ਮੋਰ ਪਾਵਰਸ ਹੈ ਸਟੇਟਸ ਵਾਸਤੇ, ਸਟੇਟ ਦੀ ਆਪਣੀ ਲਾਅ ਐਂਡ ਆਰਡਰ ਜਿਹੜੀ ਮੇਨ ਫੰਕਸ਼ਨ ਲਾਅ ਐਂਡ ਆਰਡਰ ਦਾ ਉਹ ਸਟੇਟ ਸਬਜੈਕਟ ਹੈ। ਤਾਂ ਸਟੇਟ ਸਬਜੈਕਟ ਦੇ ਉੱਤੇ ਜੇ ਸਟੇਟ ਚਾਹੇ, ਫੋਰ ਐਗਜ਼ਾਮਪਲ ਜੇ ਸਟੇਟ ਚਾਹੇ ਕੋਈ ਇਨਵੈਸਟੀਗੇਸ਼ਨ ਕਰਾਉਣੀ ਹੈ ਜਿਹਦਾ ਇੰਟਰਨੈਸ਼ਨਲ ਲੈਵਲ ਦਾ ਰੈਮੀਫਿਕੇਸ਼ਨ ਹੈ, ਜਿੱਥੇ ਸਟੇਟਸ ਆਪ ਨਹੀਂ ਕਰ ਸਕਦੀਆਂ ਉੱਥੇ ਸਟੇਟ ਦੇ ਦੇ। ਪਰ ਜਿਹੜੀਆਂ ਚੀਜ਼ਾਂ ਸਟੇਟ ਆਪ ਕਰ ਸਕਦੀ ਹੈ ਵਿਦਨ ਇਨਵੈਸਟੀਗੇਸ਼ਨ ਵਿਦਨ ਸਟੇਟ ਹੈ ਤੇ ਦੈਨ ਦੇ ਸ਼ੁਡ ਡੂ ਇਟ। ਸਰ ਤੁਸੀਂ ਗੱਲ ਜਿਸ ਤਰ੍ਹਾਂ ਕਨਸਟੀਟਿਊਸ਼ਨ ਦੀ ਕੀਤੀ ਜਾ ਰਹੀ, ਡੈਮੋਕ੍ਰੇਸੀ ਦੀ ਗੱਲ ਕੀਤੀ ਜਾ ਰਹੀ ਹੈ, ਸੈਂਟਰ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਇਸ ਦੇ ਨਾਲ ਜੁੜਦੀ ਜੋ ਤਾਰ ਹੈ ਉਹ ਐਸਜੀਪੀਸੀ ਚੋਣਾਂ ਦੀ ਵੀ ਹੈ। ਤਾਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਜੋ ਨੇ ਉਹ ਬਰਕਰਾਰ ਨੇ। ਜਿੱਦਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੁਝ ਸਮਾਂ ਪਹਿਲਾਂ ਬੋਲ ਰਹੇ ਸੀ, ਉਹਨਾਂ ਨੇ ਗੰਭੀਰ ਤੌਰ ਤੇ ਇਲਜ਼ਾਮ ਲਗਾਏ ਕਿ ਐਸਜੀਪੀਸੀ ਦੇ ਵਿੱਚ ਕੀ ਹੋ ਰਿਹਾ, ਇਸ ਨੂੰ ਕੌਣ ਚਲਾ ਰਿਹਾ, ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਇਸ ਤੇ ਕਾਬਜ਼ ਹੈ। ਉਹ ਇਲਜ਼ਾਮ ਉਹਨਾਂ ਨੇ ਕਾਫੀ ਗੰਭੀਰ ਲਗਾਏ ਤੇ ਇਸ ਤੇ ਕੀ ਸ਼੍ਰੋਮਣੀ ਅਕਾਲੀ ਦਲ ਕਹਿੰਦਾ, ਇਸ ਤੇ ਕੀ ਸੁਖਬੀਰ ਬਾਦਲ ਹੋਰਾਂ ਦਾ ਮੰਨਣਾ ਹੈ? ਕਿਉਂਕਿ ਕਈ ਵਾਰ ਅਜਿਹੇ ਇਲਜ਼ਾਮ ਐਸਜੀਪੀਸੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਲੱਗਦੇ ਆਏ ਨੇ। ਮੈਂ ਕੈਪਟਨ ਸਾਹਿਬ ਨੂੰ ਵੀ ਕਹਿਣਾ ਚਾਹਣਾ ਤੇ ਸਾਰੇ ਪੰਜਾਬ ਦੀ ਜਨਤਾ ਨੂੰ ਵੀ ਦੱਸਣਾ ਚਾਹਣਾ, ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਇਲੈਕਸ਼ਨ ਜਦੋਂ ਮਰਜ਼ੀ ਕਰਾ ਲੇ ਸਰਕਾਰ, ਅਸੀਂ ਤਿਆਰ ਹੈ। ਹਰ 5 ਸਾਲ ਬਾਅਦ ਆ ਇਲੈਕਸ਼ਨ ਕੋਈ ਕਾਬਜ਼ ਦੀ ਗੱਲ ਨਹੀਂ ਹੈ। ਅੱਜ 100 ਸਾਲ ਪੂਰੇ ਐਸਜੀਪੀਸੀ ਦੇ ਹੋਏ ਹੈ। ਇੰਡੀਅਨ ਕਨਸਟੀਟਿਊਸ਼ਨ ਦੇ ਰਾਹੀਂ ਐਕਟ ਬਣਿਆ, ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਹੈ। 5 ਸਾਲ ਕਿਤੇ ਡਿਲੇ ਨਹੀਂ ਹੋਏ, ਹਰ 5 ਸਾਲ ਬਾਅਦ ਜਦੋਂ ਇਲੈਕਸ਼ਨ ਹੁੰਦੇ ਆ। ਕੈਪਟਨ ਸਾਹਿਬ ਨੇ ਵੀ ਬੜੀ ਕੋਸ਼ਿਸ਼ ਕੀਤੀ ਹੈ ਆਪਣੇ
ਬੀ ਟੀਮ ਨੂੰ ਖੜਾ ਕਰਨ ਦੀ ਆ ਪਹਿਲੀ ਵਾਰ ਨਹੀਂ ਹੈ। ਤੁਸੀਂ ਜਾਣਦੇ ਹੋ ਜਦੋਂ ਕੈਪਟਨ ਸਾਹਿਬ ਪਿਛਲੀ ਵਾਰ ਚੀਫ ਮਿਨਿਸਟਰ ਸੀ ਉਦੋਂ ਪੁਲਿਸ ਨੂੰ ਯੂਜ਼ ਕਰਕੇ ਕਬਜ਼ਾ ਕਰਨ ਲੱਗੇ ਸੀ ਐਸਜੀਪੀਸੀ ਦਾ। ਆ ਤਾਂ ਕਾਂਗਰਸ ਦੀ ਸੋਚ ਹੈ ਕਿ ਸ਼੍ਰੋਮਣੀ ਐਸਜੀਪੀਸੀ ਨੂੰ ਤੋੜਿਆ ਜਾਏ, ਕਿਉਂਕਿ ਜੋ ਗਾਂਧੀ ਫੈਮਿਲੀ ਹੈ ਉਹਦੀ ਐਂਟੀ ਸਿੱਖ ਸੋਚ ਬੜੀ ਹੈ। ਤੁਸੀਂ ਦੇਖਿਆ 84 ਚ ਕਿਵੇਂ ਕਤਲੇਆਮ ਕੀਤਾ ਭੈਣ ਭਰਾਵਾਂ ਦਾ, ਕਿਵੇਂ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ। ਹੁੱਡਾ ਜਿਹੜੇ ਕਾਂਗਰਸ ਦੇ ਚੀਫ ਮਿਨਿਸਟਰ ਹਰਿਆਣੇ ਨੇ ਤਾਂ ਐਸਜੀਪੀਸੀ ਆਪਣੇ ਐਕਟ ਪਾਸ ਕਰਕੇ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਸਾਹਿਬ ਦੇ ਲਗਾਤਾਰ ਬਿਆਨ, ਮੈਂ ਕਿਹਾ ਕੈਪਟਨ ਸਾਹਿਬ ਤੁਸੀਂ ਐਕਟੀ ਜੇ ਡਾਇਰੈਕਟ ਤੁਸੀਂ ਐਕਟੀ ਇਲੈਕਸ਼ਨ ਲੜ ਲਓ, ਤੁਸੀਂ ਆਓ ਮੈਦਾਨ ਦੇ ਵਿੱਚ, ਮੋਸਟ ਵੈਲਕਮ ਹੈ। ਪੰਜਾਬ ਦੀ ਜਨਤਾ ਖਾਸ ਕਰਕੇ ਸਿੱਖ ਕੌਮ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਉਹਨਾਂ ਦੀ ਨੁਮਾਇੰਦਾ ਜਥੇਬੰਦੀ ਹੈ ਜਿਹੜੀ ਪੰਥ ਨੂੰ ਸੰਭਾਲ ਸਕਦੀ ਹੈ। ਪਿਛਲੇ 100 ਸਾਲ ਦਾ ਰਿਕਾਰਡ ਹੈ, ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ, ਹਰ 5 ਸਾਲ ਬਾਅਦ 95% ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤਦੀ ਹੈ। ਬਲ ਸਾਹਿਬ ਇਲੈਕਸ਼ਨਸ ਦੀ ਗੱਲ ਹੋ ਰਹੀ ਹੈ, ਇਲੈਕਸ਼ਨਸ ਦੀ ਗੱਲ ਹੋ ਰਹੀ ਹੈ ਤੇ ਬਿਹਾਰ ਇਲੈਕਸ਼ਨਸ ਤੋਂ ਬਾਅਦ ਤੁਸੀਂ ਵੀ ਈਵੀਐਮ ਤੇ ਸਵਾਲ ਚੁੱਕੇ ਨੇ ਤੇ ਕਈ ਸਿਆਸੀ ਪਾਰਟੀਆਂ ਨੇ ਵੀ ਚੁੱਕੇ ਹੈਗੇ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਪਹਿਲਾਂ ਜੋ ਵੇਵ ਚੱਲ ਰਹੀ ਸੀ ਉਸ ਤੋਂ ਬਾਅਦ ਨਤੀਜੇ ਬਿਲਕੁਲ ਉਲਟ ਹੋ ਗਏ। ਸੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਵੀ ਇਹੀ ਸਵਾਲ ਅਸੀਂ ਪੁੱਛਿਆ ਸੀਗਾ, ਤਾਂ ਤੁਹਾਨੂੰ ਕਿਉਂ ਸ਼ੱਕ ਜ਼ਾਹਿਰ ਹੋ ਰਿਹਾ ਹੈ, ਕਿ ਤੁਸੀਂ ਕਿਉਂ ਸ਼ੱਕ ਜ਼ਾਹਿਰ ਕਰ ਰਹੇ ਹੋ? ਮੈਂ ਜਿਹੜਾ ਪਹਿਲੇ ਵੀ ਕਿਹਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੋਈ ਭਾਸ਼ਣ ਤੇ ਮੈਂ ਟਿੱਪਣੀ ਨਹੀਂ ਕਰ ਸਕਦਾ। ਉਹ ਸਾਡੀ ਇੱਕ ਮਰਿਆਦਾ ਹੈ, ਸਾਡੀ ਪਾਰਟੀ ਦੀ ਮਰਿਆਦਾ ਹੈ। ਤੋ ਇਸ ਕਰਕੇ ਮੈਂ ਉਦੋਂ, ਮੈਨੂੰ ਵੀ ਜਦੋਂ ਸਵਾਲ ਪੁੱਛਿਆ ਗਿਆ ਸੀ ਉਦੋਂ ਵੀ ਮੈਂ ਕਿਹਾ ਸੀ ਕਿ ਆ ਜਿਹੜੀ ਹੈ ਜੋ ਉਹਨਾਂ ਨੇ ਕਿਹਾ, ਅਸੀਂ ਉਹਨਾਂ ਦੇ ਕੋਈ ਕਿੰਤੂ ਪਰੰਤੂ ਜਾਂ ਗੱਲਬਾਤ ਕੁਝ ਵੀ ਹੋਏ, ਜੇ ਇੱਕ ਵਾਰ ਉਹਨਾਂ ਨੇ ਆਪਣੀ ਗੱਲ ਕਹਿਤੀ ਹੈ, ਸਾਡੀ ਮਰਿਆਦਾ ਹੈ, ਕੌਮ ਦੀ ਮਰਿਆਦਾ ਹੈ, ਆਹੀ ਕਾਰਨ ਹੈ ਆਪਣੀ ਸਿੱਖ ਕੌਮ ਇੱਕ ਝੰਡੇ ਥੱਲੇ ਇਕੱਠੀ ਹੈ। ਠੀਕ ਹੈ ਬਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ।